ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ 18 ਚੈਨਲ। ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਇੱਕ ਖਾਸ ਖਬਰ। ਮੋਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਦਾ ਪਰਦਾਫਾਸ਼, ਸ਼ਰੇਆਮ ਬਣ ਰਹੀਆਂ ਧੜਾਧੜ ਬਹੁਮੰਜ਼ਿਲੀ ਇਮਾਰਤਾਂ। ਮੋਹਾਲੀ ਤੇ ਆਸ-ਪਾਸ ਦੇ ਪਿੰਡਾਂ ਵਿੱਚ ਸਿਰਫ 13 ਪੀਜੀ ਮਨਜ਼ੂਰ, ਨਾਜਾਇਜ਼ ਬਣ ਰਹੀਆਂ ਪੀਜੀਆਂ ਤੇ ਨਹੀਂ ਹੋ ਰਹੀ ਕੋਈ ਕਾਰਵਾਈ। ਬਲਵਿੰਦਰ ਕੁੰਬੜਾ ਨੇ ਕਿਹਾ ਕਿ ਬਹੁਮੰਜ਼ਲੀ ਇਮਾਰਤਾਂ ਬਣਨ ਪਿੱਛੇ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ, ਚੀਫ ਇੰਜੀਨੀਅਰ, ਜੂਨੀਅਰ ਇੰਜੀਨੀਅਰ ਅਤੇ ਕਾਉਂਸਲਰ ਹਨ। ਆਓ ਦੇਖਦੇ ਹਾਂ ਇਹ ਖਬਰ ਵਿਸਥਾਰ ਸਹਿਤ। SCBC ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਸਮੂਹ ਸੀਨੀਅਰ ਆਗੂਆਂ ਨੇ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਪਿਛਲੇ ਦਿਨੀ ਸੋਹਾਣਾ ਵਿੱਚ ਰਾਇਲ ਜਿਮ ਦੀ ਬਹੁਮੰਜ਼ਲੀ ਇਮਾਰਤ ਡਿੱਗਣ ਤੇ ਅਤੇ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਇੱਕ ਲੜਕਾ ਅਤੇ ਇੱਕ ਲੜਕੀ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਆਗੂਆਂ ਨੇ ਕਿਹਾ ਕਿ 2 ਗਈਆਂ ਜਾਨਾਂ ਦੀ ਕੀਮਤ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਕੁੰਬੜਾ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਲੰਬੇ ਹੱਥੀ ਲੈਂਦਿਆਂ ਪ੍ਰੈਸ ਸਾਹਮਣੇ ਸਬੂਤ ਦਿਖਾਉਂਦੇ ਹੋਏ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਨੇ 5 ਸਾਲ ਪਹਿਲਾਂ ਦਿੱਤੀਆਂ ਗਈਆਂ ਦਰਖਾਸਤ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਤੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ। ਬਹੁਮੰਜ਼ਲੀ ਇਮਾਰਤਾਂ ਬਣਨ ਨਾਲ ਦਬ ਚੁੱਕੇ ਮਕਾਨਾਂ ਦੇ ਮਾਲਕ ਨਗਰ ਨਿਗਮ ਦੇ ਦਫ਼ਤਰ ਅੱਗੇ ਗੇੜੇ ਮਾਰ-ਮਾਰ ਥੱਕ ਚੁੱਕੇ ਹਨ ਤੇ ਕਈ ਵਾਰ ਨਗਰ ਨਿਗਮ ਸਾਹਮਣੇ ਪਿੱਟ ਸਿਆਪਾ ਵੀ ਕਰ ਚੁੱਕੇ ਹਨ। ਪਿੰਡ ਸੁਹਾਣੇ ਤੋਂ ਅਮਨਦੀਪ ਸਿੰਘ ਅਤੇ ਉਸ ਦੇ ਭਰਾ ਨੇ ਪੀਜੀਆਂ ਖਿਲਾਫ ਇੱਕ ਦਰਖਾਸਤ ਦਿੱਤੀ ਸੀ, ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਇਸੇ ਤਰ੍ਹਾਂ ਪਿੰਡ ਕੁੰਬੜਾ ਵਿੱਚ ਮਨਜੀਤ ਸਿੰਘ ਪੁੱਤਰ ਛੱਜਾ ਸਿੰਘ ਵੀ ਦਰਖਾਸਤ ਦੇ ਕੇ ਥੱਕ ਚੁੱਕੇ ਹਨ, ਪਰ ਕਿਸੇ ਦੇ ਵੀ ਕੰਨ ਤੇ ਜੂੰ ਤੱਕ ਨਹੀਂ ਸਰਕੀ। ਮਾਨਯੋਗ DGP ਪੰਜਾਬ, DIG ਰੇਂਜ ਰੂਪਨਗਰ, SSP ਮੋਹਾਲੀ, ਸਿਵਲ ਪ੍ਰਸ਼ਾਸਨ ਉਦੋਂ ਜਾਗਦੇ ਹਨ ਜਦੋਂ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ। ਫਿਰ ਲੋਕਾਂ ਦੇ ਹੰਝੂ ਪੂੰਝਣ ਲਈ ਸਾਰਾ ਪ੍ਰਸ਼ਾਸਨ ਪੱਬਾਂ ਪਾਰ ਹੋ ਜਾਂਦਾ ਹੈ ਤੇ ਇਹ ਕਹੇ ਕਿ ਪੱਲਾ ਝਾੜ ਦਿੰਦਾ ਹੈ ਕਿ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ। ਇੱਥੇ ਇਹ ਦੱਸਣਯੋਗ ਹੈ ਕਿ ਮਾਨਯੋਗ ਹਾਈ ਕੋਰਟ ਵਿੱਚ ਪੀਜੀਆਂ ਨੂੰ ਲੈ ਕੇ ਇੱਕ ਕੇਸ ਦਰਜ ਕੀਤਾ ਗਿਆ ਸੀ, ਜਿਸ ਦੇ ਹੁਕਮ ਪ੍ਰੈਸ ਨੂੰ ਦਿਖਾਉਂਦੇ ਹੋਏ ਸਰਦਾਰ ਕੁੰਬੜਾ ਨੇ ਦੱਸਿਆ ਕਿ ਪਹਿਲਾਂ ਤਾਇਨਾਤ ਰਹੀ ਕਮਿਸ਼ਨਰ ਨੇ ਇੱਕ ਹਲਫੀਆ ਬਿਆਨ ਦਾਇਰ ਕਰਕੇ ਕਿਹਾ ਸੀ ਕਿ ਮੋਹਾਲੀ ਸ਼ਹਿਰ ਅਤੇ ਉਸ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਸਿਰਫ 13 ਪੀਜੀ ਹੀ ਮਨਜ਼ੂਰਸ਼ੁਦਾ ਹਨ, ਬਾਕੀ ਸਾਰੀਆਂ ਪੀਜੀ ਗੈਰ ਕਾਨੂੰਨੀ ਬਣੀਆਂ ਹੋਈਆਂ ਹਨ। ਉਪਰੋਕਤ ਸਾਰੇ ਮਾਮਲੇ ਦੀ ਜੜ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ, ਚੀਫ ਇੰਜੀਨੀਅਰ, ਜੂਨੀਅਰ ਇੰਜੀਨੀਅਰ ਅਤੇ ਕਾਉਂਸਲਰ ਹਨ, ਜੋ ਮੋਟੀਆਂ ਰਿਸ਼ਵਤਾਂ ਲੈ ਕੇ ਗੈਰ ਕਾਨੂੰਨੀ ਬਣ ਰਹੀਆਂ ਬਿਲਡਿੰਗਾਂ ਨੂੰ ਦੇਖ ਕੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ। ਇਸ ਲਈ ਜੇਕਰ ਕਿਸੇ ਅਣਹੋਣੀ ਘਟਨਾ ਤੋਂ ਬਾਅਦ ਉਸ ਬਿਲਡਿੰਗ ਦੇ ਮਾਲਕ ਤੇ ਪਰਚਾ ਦਰਜ ਹੁੰਦਾ ਹੈ ਤਾਂ ਉਪਰੋਕਤ ਅਧਿਕਾਰੀਆਂ ਅਤੇ ਕਾਉਂਸਲਰਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਮੌਕੇ ਸੁਲਭ ਸ਼ੌਚਾਲਿਆ ਦੇ ਆਗੂ ਰਿਸ਼ੀਰਾਜ ਮਹਾਰ ਨੇ ਕਿਹਾ ਕਿ ਨਗਰ ਨਿਗਮ ਮੋਹਾਲੀ ਵਿੱਚ ਭ੍ਰਿਸ਼ਟਾਚਾਰ ਦੀ ਉਸ ਸਮੇਂ ਅੱਤ ਹੋ ਗਈ ਜਦੋਂ ਨਗਰ ਨਿਗਮ ਦੇ ਕਰਿੰਦਿਆਂ ਨੇ ਕੱਢੇ ਗਏ ਸੁਲਭ ਸ਼ੌਚਾਲਿਆ ਕਰਮਚਾਰੀਆਂ ਤੋਂ ਦੁਬਾਰਾ ਕੰਮ ਤੇ ਰੱਖਣ ਅਤੇ ਤਨਖਾਹ ਪਾਉਣ ਦੇ ਨਾਂ ਤੇ 20,000 ਰੁਪਏ ਰਿਸ਼ਵਤ ਲਈ, ਜਿਸ ਦੇ ਹਲਫੀਆ ਬਿਆਨ ਦੇ ਕੇ ਅਤੇ ਇਸ ਬਾਰੇ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਟੀ ਬੈਨਿਤ, ਮੇਅਰ ਅਮਰਜੀਤ ਸਿੰਘ ਜੀਤੀ ਅਤੇ SSP ਮੋਹਾਲੀ ਨੂੰ ਕਈ ਵਾਰ ਖੁਦ ਮਿਲ ਕੇ ਦਰਖਾਸਤਾਂ ਦਿੱਤੀਆਂ, ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ। ਇਸ ਮੌਕੇ ਰੇਸ਼ਮ ਸਿੰਘ ਕਾਲੋਂ, ਹਰਨੇਕ ਸਿੰਘ ਮਲੋਆ, ਬਲਵਿੰਦਰ ਸਿੰਘ, ਰਣਜੀਤ ਕੌਰ, ਮਨਜੀਤ ਸਿੰਘ, ਕਰਨੈਲ ਸਿੰਘ, ਸੁਰਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਮਨਜੀਤ ਸਿੰਘ ਆਦਿ ਹਾਜ਼ਰ ਹੋਏ। ਆਓ ਦੇਖਦੇ ਹਾਂ ਆਗੂਆਂ ਨੇ ਸਾਡੇ ਰਿਪੋਰਟਰ ਨਾਲ ਜੋ ਗੱਲਬਾਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਅਸੀਂ ਪ੍ਰੈਸ ਰਾਹੀਂ ਇੱਕ ਅੱਜ ਪ੍ਰਸ਼ਾਸਨ ਦੇ, ਸਰਕਾਰ ਦੇ, ਪਬਲਿਕ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਜੋ ਪਿਛਲੇ ਦਿਨੀ ਬਹੁਮੰਜ਼ਲੀ ਇਮਾਰਤ ਇੱਕ ਪਿੰਡ ਸੋਹਾਣਾ 'ਚ ਡਿੱਗੀ ਹੈ, ਜਿਹੜੀ ਰਾਇਲ ਜਿਮ ਸੀ ਸ਼ਾਇਦ ਉਹਦਾ ਨਾਂ ਰੱਖਿਆ, ਤੇ ਉਹ ਡਿੱਗੀ ਹੈ ਤੇ ਉੱਥੇ ਜਿਹੜੀਆਂ 2 ਜਾਂ 3 ਜਾਨਾਂ ਚਲੇ ਗਈਆਂ, ਪਰ ਪ੍ਰਸ਼ਾਸਨ ਦੇ ਦੱਸਣ ਅਨੁਸਾਰ 2-3 ਦੱਸ ਰਹੇ, ਪਰ ਬੰਦੇ ਤਾਂ ਮੈਨੂੰ ਲੱਗਦੀ ਵੱਧ ਹੈ ਉੱਥੇ। ਪ੍ਰਸ਼ਾਸਨ ਨੇ ਸਾਨੂੰ ਜਾਂ ਪਬਲਿਕ ਨੂੰ ਕਿਤੇ ਨੇੜੇ ਨਹੀਂ ਜਾਣ ਦਿੰਦੇ ਤੇ ਉੱਥੇ ਬਹੁਤ ਹੀ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ, ਜਿਹਦਾ ਬਹੁਤ ਏਰੀਏ 'ਚ, ਇਲਾਕੇ 'ਚ ਦੁੱਖ ਹੋਇਆ। ਤੇ ਜੇਕਰ ਬੱਚੇ
ਅਜਿਹੀ ਅਣਹੋਈ ਨਾਲ ਮਰ ਜਾਣਾ ਬੱਚਿਆਂ ਨੂੰ ਬਿਨਾਂ ਕੋਈ ਦੁੱਖ ਤਕਲੀਫ ਤੋਂ ਇੱਕਦਮ ਬਿਲਡਿੰਗ ਗਿਰ ਜਾਣੀ, ਇਹ ਸਾਰੀ ਜਿਹੜੀ ਗਲਤੀ ਹੈ ਨਗਰ ਨਿਗਮ ਮੋਹਾਲੀ ਦੇ ਜਿਹੜੇ ਬਿਲਡਿੰਗ ਇੰਸਪੈਕਟਰ ਨੇ, ਜੂਨੀਅਰ ਇੰਜੀਨੀਅਰ ਨੇ, ਚੀਫ ਇੰਜੀਨੀਅਰ ਹੈ, ਜਿਨ੍ਹਾਂ ਨੇ ਉਹ ਬਿਲਡਿੰਗਾਂ ਨੂੰ ਜਿਹੜੀਆਂ ਗੈਰ ਕਾਨੂੰਨੀ ਅਨਅਧਿਕਾਰਤ ਬਿਲਡਿੰਗ ਹੈਗੀ ਜਿਹੜੀ ਗੈਰ ਕਾਨੂੰਨੀ ਹੈ, ਬਿਨਾਂ ਅਪਰੂਵਲ ਹੈ, ਉਹ ਬਣ ਜਾਣੀਆਂ। ਉਸ ਏਰੀਏ ਦਾ ਕਾਉਂਸਲਰ ਨਹੀਂ ਕੋਈ ਕਾਰਵਾਈ ਕਰਦਾ, ਉਸ ਏਰੀਏ ਦਾ ਜਿਹੜਾ ਬਿਲਡਿੰਗ ਇੰਸਪੈਕਟਰ ਹੈ ਉਹ ਨਹੀਂ ਕੋਈ ਕਾਰਵਾਈ ਕਰਦਾ। ਤੇ ਜਦੋਂ ਬਿਲਡਿੰਗ ਗਿਰ ਜਾਂਦੀ ਉਹ ਤੋਂ ਬਾਅਦ ਮਾਨਯੋਗ ਡੀਜੀਪੀ ਪੰਜਾਬ ਵੀ ਪਹੁੰਚ ਜਾਂਦੇ ਨੇ, ਡੀਆਈਜੀ ਰੂਪਨਗਰ ਵੀ ਆ ਜਾਂਦਾ, ਐਸਐਸਪੀ ਵੀ ਆ ਜਾਂਦਾ, ਤੇ ਇੱਥੇ ਦਾ ਡੀਸੀ ਏਡੀਸੀ ਵੀ ਸ਼ਾਇਦ ਆ ਜਾਂਦਾ। ਸਾਰਾ ਪ੍ਰਸ਼ਾਸਨ ਉਦੋਂ ਜਾਗਦਾ ਜਦੋਂ ਬੰਦਾ ਮਰ ਜਾਂਦਾ। ਪਰ ਲੇਕਿਨ ਸਾਡੇ ਕੋਲੇ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਪਈਆਂ ਨੇ ਜਿਹੜੀਆਂ ਨੂੰ 4-4 ਸਾਲ ਹੋ ਗਏ, ਜਿਨ੍ਹਾਂ ਦੇ ਮਕਾਨ ਦਬ ਗਏ। ਅਸੀਂ ਫੋਟੋਆਂ ਤੁਹਾਨੂੰ ਦਿਖਾ ਦਾਂਗੇ ਹੁਣੇ, ਜਿਨ੍ਹਾਂ ਦੇ ਮਕਾਨ ਦਬ ਗਏ ਪੀਜੀਆਂ ਕਰਕੇ, ਉਹ ਦਰਖਾਸਤਾਂ ਦੇ ਕੇ ਨਗਰ ਨਿਗਮ ਮੋਹਾਲੀ ਦੇ ਦਫ਼ਤਰ ਦੇ ਗੇੜੇ ਕੱਢ ਰਹੇ ਨੇ ਤੇ ਚੱਕਰ ਮਾਰ ਰਹੇ ਨੇ। 2-3 ਵਾਰੀ ਉੱਥੇ ਤਾਂ ਰੋਸ ਪ੍ਰਦਰਸ਼ਨ ਵੀ ਕਰਨਾ ਪਿਆ, ਪਰ ਉਹਨਾਂ ਦੀ ਕੋਈ ਸੁਣਾਈ ਨਹੀਂ ਹੋਈ। ਜਦ ਕਿ ਬੰਦੇ ਹਰ ਟਾਈਮ ਵਿਅਕਤੀ ਜਿਹੜੇ ਉਹਨਾਂ ਦੇ ਬੱਚੇ ਹੈ ਉਹ ਖੌਫ ਦੀ ਜ਼ਿੰਦਗੀ ਜਿਉ ਰਹੇ, ਡਰ ਦੀ ਜ਼ਿੰਦਗੀ ਜਿਉ ਰਹੇ ਵੀ ਕਿਸੇ ਵੇਲੇ ਵੀ ਕੋਈ ਭਾਣਾ ਵਰਤ ਸਕਦਾ ਹੈ। ਜਿਹੜੇ ਮਕਾਨਾਂ ਦੀ ਬਹੁਤ ਬੁਰੀ ਹਾਲਤ ਹੈ, ਤਰਸਯੋਗ ਹਾਲਤ ਹੈ। ਤੇ ਜਿਹੜਾ ਨਗਰ ਨਿਗਮ ਮੋਹਾਲੀ ਉਹ ਕਰਪਸ਼ਨ ਦਾ ਅੱਡਾ ਬਣ ਚੁੱਕਾ ਹੈ। ਜਿਵੇਂ ਸਾਡੇ ਨਾਲ ਰਿਸ਼ੀ ਰਾਜ ਜੀ ਬੈਠੇ ਨੇ, ਸ਼ੌਚਾਲਿਆ ਕਰਮਚਾਰੀ ਇਹਨਾਂ ਕੱਢ ਦਿੱਤੇ ਸੀ, ਪਰ ਇੱਥੇ ਤੱਕ ਰਿਸ਼ਵਤ ਆ ਗਈ ਵੀ ਸ਼ੌਚਾਲਿਆ ਕਰਮਚਾਰੀਆਂ ਨੂੰ ਦੁਬਾਰੇ ਰੱਖਣ ਲਈ, ਇਹਨਾਂ ਦੀ ਸੈਲਰੀ ਪਾਉਣ ਲਈ ਤੇ ਹਲਫੀਆ ਬਿਆਨ ਦੇ ਕੇ ਜਿਹੜੀ ਕਰਪਸ਼ਨ ਹੈ ਉਹ ਹਲਫੀਆ ਬਿਆਨ ਦੇ ਕੇ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਐਸਐਸਪੀ ਮੋਹਾਲੀ, ਡੀਸੀ ਮੋਹਾਲੀ, ਨਗਰ ਨਿਗਮ ਦੇ ਮੇਅਰ ਨੂੰ ਤੇ ਕਮਿਸ਼ਨਰ ਨੂੰ ਇੱਕ ਲਿਖਤੀ ਦਰਖਾਸਤਾਂ ਭੇਜੀਆਂ। 5 ਮਹੀਨੇ ਬੀਤਣ ਤੋਂ ਬਾਅਦ ਵੀ 4-5 ਮਹੀਨੇ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ, ਤਾਂ ਕਿ ਜਿਹੜੀਆਂ ਇਹ ਸਾਰੀਆਂ ਕੂੜਾਦਾਨ 'ਚ ਮਨ ਲੱਗਦੀ ਐਪਲੀਕੇਸ਼ਨਾਂ ਰੱਖ ਲੈਂਦੇ ਤੇ ਸਾਰਾ ਜਿਹੜਾ ਨਗਰ ਨਿਗਮ ਦੇ ਖਿਲਾਫ ਬਹੁਤ ਉੱਚ ਪੱਧਰੀ ਜਿਹੜੀ ਜਾਂਚ ਹੋ ਕੇ ਉੱਥੇ ਦੇ ਜਿਹੜੇ ਬਿਲਡਿੰਗ ਇੰਸਪੈਕਟਰ ਨੇ, ਜੇਈ ਹੈ, ਐਸਡੀਓ ਹੈ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਤੇ ਸ਼ਰੇਆਮ ਜਿਹੜੀਆਂ ਬਹੁ ਮੰਜ਼ਲਾ ਇਮਾਰਤਾਂ, ਇੱਕ ਮਾਨਯੋਗ ਇੱਥੇ ਦੇ ਕਮਿਸ਼ਨਰ ਨੇ ਪਿੱਛੇ ਹਾਈ ਕੋਰਟ ਕੇਸ 'ਚ ਇੱਕ ਹਲਫੀਆ ਬਿਆਨ ਐਫੀਡੇਵਿਟ ਦਾਇਰ ਕੀਤਾ ਵੀ ਜਿਹੜੀਆਂ ਸਾਰੀਆਂ ਮੋਹਾਲੀ 'ਚ ਪੀਜੀਆਂ ਨੇ, ਸਿਰਫ ਤਾਂ ਸਿਰਫ 13 ਜਿਹੜੀਆਂ ਪੀਜੀਆਂ ਰਜਿਸਟਰਡ ਨੇ, ਬਾਕੀ ਸਾਰੀਆਂ ਹੀ ਜਿਹੜੀਆਂ ਗੈਰ ਕਾਨੂੰਨੀ ਨੇ। ਜਦੋਂ ਇਹ ਗੈਰ ਕਾਨੂੰਨੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ? ਜੇ ਕਾਰਵਾਈ ਕਰਦੇ ਤਾਂ ਉੱਥੇ ਦਾ ਜਿਹੜਾ ਕਾਉਂਸਲਰ ਹੈ, ਉੱਥੇ ਦਾ ਬਿਲਡਿੰਗ ਇੰਸਪੈਕਟਰ ਹੈ, ਇਹ ਜ਼ਿੰਮੇਵਾਰ ਨੇ ਇਹਨਾਂ ਦੇ ਖਿਲਾਫ। ਜਿਵੇਂ ਮਾਲਕ ਦੇ ਪਰਚਾ ਹੁੰਦਾ ਇਸੇ ਤਰ੍ਹਾਂ ਇਹਨਾਂ ਦੇ ਵੀ ਪਰਚਾ ਕਰਕੇ ਅੰਦਰ ਕਰੇ, ਤਾਂ ਕਿ ਕੋਈ ਵੀ ਮੁੜ ਕੇ ਅਨਅਧਿਕਾਰਤ ਕੋਈ ਬਿਲਡਿੰਗ ਨਾ ਬਣੇ, ਕੋਈ ਕਿਸੇ ਵਿਅਕਤੀ ਦੀ ਜਾਨ ਨਾ ਜਾਵੇ। ਵਾਹਿਗुरु जी का खालसा, श्री वाहिगुरु जी की फतेह। जी, सबसे पहले आपका बहुत बहुत धन्यवाद कि आप गरीबों की, दबे कुचले लोगों की आवाज़ जन जन तक और सरकार के द्वारे तक पहुंचाते हो। आपका तहे दिल से धन्यवाद। साथ ही प्रधान जी बलविंदर सिंह कुमड़ा जी का बहुत बहुत धन्यवाद, इनकी टीम का बहुत बहुत धन्यवाद कि हर मोड़ पर दुख की घड़ी में सभी सुलभ शौचालय वालों के साथ में खड़े हैं, एकदम तहे दिल से, तन मन और धन से, पिछले कई महीनों से। जैसा कि कुमड़ा साहब ने बताया ये है, और ये बहुत बड़ा मुद्दा मोहाली में है कि जब से ये सुलभ इंटरनेशनल कंपनी शौचालय का काम संभालने आई है मोहाली के अंदर, इसने बहुत घरों को ख़त्म कर दिया है, एकदम जीरो कर दिया है। चाहे वो रोज़गार की बात हो, चाहे शिक्षा की बात हो। अगर रोज़गार नहीं होगा तो बच्चे शिक्षा कहाँ से लेंगे? कई परिवार 200 कर्मचारी निकाले हैं, 200 कर्मचारियों में से अधिकतर गुरुद्वारों और मंदिरों में खाना खाने को मजबूर हो रहे हैं, अपने बच्चों की शिक्षा बंद करा चुके हैं। ये कारण है नगर निगम मोहाली और सुलभ इंटरनेशनल कंपनी, जिसके ओनर राम गुप्ता और जेपी सिन्हा है। इन्होंने ये नहीं देखा कि किसको काम की ज़रूरत है और किसको नहीं है। परिवार वाले बंदे को, परिवार वाले कर्मचारियों को काम ज़रूर देना चाहिए था। इन्होंने बिल्कुल, अब जो कर्मचारी निकाले गए हैं पिछले 10-12 सालों से काम कर रहे थे, ठेकेदार हर साल चेंज होता था मगर कर्मचारी पुराने ही रहते थे। इस कंपनी ने आते ही 200 कर्मचारियों को काम से बाहर निकाल के मारा, जिससे बहुत बड़ा फ़र्क उनके आर्थिक स्थिति पे पड़ा है। तो मैं निवेदन करूंगा पंजाब सरकार से खासकर कि वो हमारे दुख दर्द को समझे। अब 10-12 हल्फिया बयान भी हैं जो सुपरवाइज़रों के ख़िलाफ़ तैयार हैं। वो हल्फिया बयान एसएसपी साहब मोहाली, मेयर मोहाली और कमिश्नर मोहाली, डीसी मोहाली को दे चुके हैं।
कई महीने बीत जाने के बाद भी अभी तक कोई कार्रवाई नहीं हुई है। ऐसा लग रहा है कि नगर निगम मोहाली एक करप्शन का अड्डा बन चुका है अच्छे तौर तरीके से, जहाँ की आप बहुइमारत मंजिलों को भी देख लो, वो भी ढह रही हैं। तो बहुत बड़ी धक्केशाही गरीबों के साथ हो रही है और कोई इंसाफ नहीं मिल रहा है। कहाँ जाएं, क्या करें, अपने परिवार को पालने के लिए दर दर की ठोकरें खाएं, अफसरों के साथ, अफसरों के सामने जाके गिड़गिड़ा रहे हैं, मगर कोई सुनवाई करने का नाम नहीं है। लगातार धरना प्रदर्शन कर रहे हैं, कोई सुनवाई नहीं है। लगातार जो हमसे बना वो कर रहे हैं। अब आखिर में कुमड़ा साहब जैसे कहेंगे वैसे आखिर तक लड़ेंगे, चाहे वो लेबर कोर्ट से हाई कोर्ट तक की बात हो, और चाहे गवर्नर साहब से गुजारिश करेंगे कि अगर ये कर्मचारी नहीं रखे जाते जो निकाले गए हैं अप्रैल 2024 से, तो इस कंपनी को, सुलभ इंटरनेशनल कंपनी को राष्ट्रीय स्तर पर इसको ब्लॉक किया जाए, क्योंकि ये गरीबों के हित में नहीं है। धन्यवाद।